ਮੈਂ ਬਾਬਾ ਜਵੰਤ ਸਿੰਘ ਮੈਮੋਰੀਅਲ ਦਸ਼ਮੇਸ਼ ਕੌਨਵੈਂਟ ਸੀਨੀਅਰ ਸੈਕੰਡਰੀ ਸਕੂਲ ਠੱਠਾ ਦੇ YouTube ਚੈਨਲ ਉੱਪਰ ਵਿਗਿਆਨੀਆਂ ਦੀ ਜ਼ਿੰਦਗੀ ਬਾਰੇ ਜਾਣਕਾਰੀ ਭਰਪੂਰ ਵੀਡੀਓ ਅਪਲੋਡ ਕਰ ਰਹੀ ਹਾਂ ਤਾਂ ਜੋ ਸਾਡੇ ਸਕੂਲ ਦੇ ਵਿਦਿਆਰਥੀ ਇਹਨਾਂ ਮਹਾਨ ਵਿਗਿਆਨੀਆਂ ਦੇ ਜੀਵਨ ਬਾਰੇ ਜਾਣਕਾਰੀ ਹਾਸਲ ਕਰ ਸਕਣ। ਇਹ ਅਜਿਹਾ ਸਾਡੇ ਸਕੂਲ ਦੇ ਪ੍ਰਬੰਧਕ ਸਰ ਵੱਲੋਂ ਕਰਨ ਲਈ ਸਾਨੂੰ ਪ੍ਰੇਰਿਆ ਗਿਆ ਹੈ। ਉਹਨਾਂ ਦਾ ਮੰਨਣਾ ਹੈ ਕਿ ਬੱਚੇ ਅਜਿਹਾ ਸੁਣ ਅਤੇ ਵੇਖ ਕੇ ਬਹੁਤ ਸਿੱਖਦੇ ਹਨ। ਸਾਡਾ ਇਹ ਯਤਨ ਇਸ ਖੇਤਰ ਵਿੱਚ ਪਹਿਲ ਕਦਮੀ ਹੈ। ਅੱਜ ਮੈਂ ਤੁਹਾਨੂੰ ਐਲਬਰਟ ਆਇਨਸਟਾਈਨ ਬਾਰੇ ਦੱਸਣ ਜਾ ਰਹੀ ਹਾਂ। ਐਲਬਰਟ ਆਇਨਸਟਾਈਨ ਦਾ ਜਨਮ 14 ਮਾਰਚ 1869 ਨੂੰ ਜਰਮਨੀ ਦੇ ਵੁਟਰਬਰਗ ਵਿੱਚ ਉਲਮ ਵਿੱਚ ਹੋਇਆ ਸੀ। 6 ਹਫ਼ਤਿਆਂ ਬਾਅਦ ਪਰਿਵਾਰ ਮਿਊਨਿਖ ਚਲਾ ਗਿਆ, ਜਿੱਥੇ ਬਾਅਦ ਵਿੱਚ ਉਸ ਨੇ ਲੋਇਡ ਪੌਲ ਜਰਮੇਨੀਅਨਸ ਵਿੱਚ ਆਪਣੀ ਸਕੂਲੀ ਪੜ੍ਹਾਈ ਸ਼ੁਰੂ ਕੀਤੀ। ਬਾਅਦ ਵਿੱਚ ਉਹ ਇਟਲੀ ਚਲੇ ਗਏ ਅਤੇ ਐਲਬਰਟ ਨੇ ਆਰੋ ਸਵਿਟਜ਼ਰਲੈਂਡ ਵਿੱਚ ਆਪਣੀ ਸਿੱਖਿਆ ਜਾਰੀ ਰੱਖੀ ਅਤੇ 1896 ਵਿੱਚ ਉਹ ਜ਼ਿਊਰਿਖ ਵਿੱਚ ਸਵਿਸ ਫਲੋਰੈਂਟ ਪੋਲੀਟੈਕਨਿਕ ਸਕੂਲ ਵਿੱਚ ਭੌਤਿਕ ਵਿਗਿਆਨ ਅਤੇ ਗਣਿਤ ਵਿੱਚ ਇੱਕ ਅਧਿਆਪਕ ਵਜੋਂ ਸਿਖਲਾਈ ਪ੍ਰਾਪਤ ਕਰਨ ਲਈ ਦਾਖਲ ਹੋਇਆ। 1901 ਵਿੱਚ, ਜਿਸ ਸਾਲ ਉਸ ਨੇ ਆਪਣਾ ਡਿਪਲੋਮਾ ਪ੍ਰਾਪਤ ਕੀਤਾ, ਉਸ ਨੇ ਸਵਿਸ ਨਾਗਰਿਕਤਾ ਪ੍ਰਾਪਤ ਕੀਤੀ ਅਤੇ ਕਿਉਂਕਿ ਉਸ ਨੂੰ ਅਧਿਆਪਨ ਦੀ ਪੋਸਟ ਨਹੀਂ ਮਿਲੀ ਸੀ, ਉਸ ਨੇ ਸਵਿਸ ਪੈਟੈਂਟ ਦਫ਼ਤਰ ਵਿੱਚ ਤਕਨੀਕੀ ਸਹਾਇਕ ਵਜੋਂ ਇੱਕ ਅਹੁਦਾ ਸਵੀਕਾਰ ਕਰ ਲਿਆ। 1905 ਵਿੱਚ ਉਸ ਨੇ ਡਾਕਟਰ ਦੀ ਡਿਗਰੀ ਪ੍ਰਾਪਤ ਕੀਤੀ। ਪੈਟੈਂਟ ਦਫ਼ਤਰ ਵਿੱਚ ਆਪਣੇ ਠਹਿਰਾਉਣ ਦੇ ਬਾਅਦ ਅਤੇ ਆਪਣੇ ਖਾਲੀ ਸਮੇਂ ਵਿੱਚ ਉਸ ਨੇ ਆਪਣੇ ਬਹੁਤ ਸਾਰੇ ਕਮਾਲ ਦੇ ਕੰਮ ਪੈਦਾ ਕੀਤੇ ਅਤੇ 1908 ਵਿੱਚ ਉਸ ਨੂੰ ਬਰਨ ਵਿੱਚ ਪ੍ਰਾਈਵੇਟ ਯੂਨੀਵਰਸਿਟੀ ਨਿਯੁਕਤ ਕੀਤਾ ਗਿਆ। 1909 ਵਿੱਚ ਉਹ ਜ਼ਿਊਰਿਖ ਵਿੱਚ ਪ੍ਰੋਫੈਸਰ ਅਸਾਧਾਰਨ ਬਣ ਗਿਆ। 1911 ਵਿੱਚ ਭਾਗ ਵਿੱਚ ਸਿਧਾਂਤਕ ਭੌਤਿਕ ਵਿਗਿਆਨ ਦਾ ਪ੍ਰੋਫੈਸਰ ਇਸੇ ਤਰ੍ਹਾਂ ਦੀ ਪੋਸਟ ਭਰਨ ਲਈ ਅਗਲੇ ਸਾਲ ਜ਼ਿਊਰਿਖ ਵਾਪਸ ਆਇਆ। 1914 ਵਿੱਚ ਉਸ ਨੂੰ ਕੈਂਸਰ ਵਿਲੀਅਮ ਫਿਜ਼ੀਕਲ ਇੰਸਟੀਟਿਊਸ਼ਨ ਦਾ ਡਾਇਰੈਕਟਰ ਅਤੇ ਬਰਲਿਨ ਯੂਨੀਵਰਸਿਟੀ ਵਿੱਚ ਪ੍ਰੋਫੈਸਰ ਨਿਯੁਕਤ ਕੀਤਾ ਗਿਆ ਸੀ। ਉਹ 1914 ਵਿੱਚ ਇੱਕ ਜਰਮਨ ਨਾਗਰਿਕ ਬਣ ਗਿਆ ਅਤੇ 1933 ਤੱਕ ਬਰਲਿਨ ਵਿੱਚ ਰਿਹਾ, ਜਦੋਂ ਉਸਨੇ ਰਾਜਨੀਤਿਕ ਕਾਰਨਾਂ ਕਰਕੇ ਆਪਣੀ ਨਾਗਰਿਕਤਾ ਤਿਆਗ ਦਿੱਤੀ ਅਤੇ ਪ੍ਰਿੰਸਟਨ ਵਿਖੇ ਸਿਧਾਂਤਕ ਭੌਤਿਕ ਵਿਗਿਆਨ ਦੇ ਪ੍ਰੋਫੈਸਰ ਦਾ ਅਹੁਦਾ ਲੈਣ ਲਈ ਅਮਰੀਕਾ ਚਲੇ ਗਏ। ਉਹ 1940 ਵਿੱਚ ਸੰਯੁਕਤ ਰਾਜ ਦਾ ਨਾਗਰਿਕ ਬਣ ਗਿਆ ਅਤੇ 1945 ਵਿੱਚ ਆਪਣੇ ਅਹੁਦੇ ਤੋਂ ਸੇਵਾ ਮੁਕਤ ਹੋਇਆ। ਦੂਜੇ ਵਿਸ਼ਵ ਯੁੱਧ ਤੋਂ ਬਾਅਦ ਆਇਨਸਟਾਈਨ ਵਿਸ਼ਵ ਸਰਕਾਰ ਅੰਦੋਲਨ ਵਿੱਚ ਇੱਕ ਪ੍ਰਮੁੱਖ ਸ਼ਖਸੀਅਤ ਸੀ। ਉਸ ਨੂੰ ਇਜ਼ਰਾਈਲ ਰਾਜ ਵਿੱਚ ਪ੍ਰੈਜ਼ੀਡੈਂਟੀ ਦੀ ਪੇਸ਼ਕਸ਼ ਕੀਤੀ ਗਈ ਸੀ, ਜਿਸ ਨੂੰ ਉਸਨੇ ਠੁਕਰਾ ਦਿੱਤਾ ਅਤੇ ਉਸਨੇ ਯਰੂਸ਼ਲਮ ਦੀ ਹਿਊਬਰ ਯੂਨੀਵਰਸਿਟੀ ਦੀ ਸਥਾਪਨਾ ਵਿੱਚ ਡਾਕਟਰ ਚੈਮ ਵੇਸਮਨ ਨਾਲ ਸਹਿਯੋਗ ਕੀਤਾ। ਆਇਨਸਟਾਈਨ ਹਮੇਸ਼ਾ ਭੌਤਿਕ ਵਿਗਿਆਨ ਦੀਆਂ ਸਮੱਸਿਆਵਾਂ ਅਤੇ ਉਹਨਾਂ ਨੂੰ ਹੱਲ ਕਰਨ ਦੇ ਦ੍ਰਿੜ ਇਰਾਦੇ ਬਾਰੇ ਸਪਸ਼ਟ ਨਜ਼ਰੀਆ ਰੱਖਦਾ ਸੀ। ਉਸ ਦੀ ਆਪਣੀ ਇੱਕ ਰਣਨੀਤੀ ਸੀ ਅਤੇ ਉਸਨੇ ਆਪਣੇ ਟੀਚੇ ਦੇ ਰਸਤੇ ਵਿੱਚ ਮੁੱਖ ਪੜਾਵਾਂ ਦੀ ਕਲਪਨਾ ਕਰਨ ਦੇ ਯੋਗ ਸੀ। ਉਸਨੇ ਆਪਣੀਆਂ ਵੱਡੀਆਂ ਪ੍ਰਾਪਤੀਆਂ ਨੂੰ ਅਗਲੀ ਤਰੱਕੀ ਲਈ ਸਿਰਫ ਕਦਮ ਪੱਥਰ ਮੰਨਿਆ ਸੀ। ਆਪਣੇ ਵਿਗਿਆਨਕ ਕੰਮ ਦੀ ਸ਼ੁਰੂਆਤ ਵਿੱਚ ਆਇਨਸਟਾਈਨ ਨੇ ਨਿਊਟਨ ਮੈਕਸਵੈਲ ਦੀਆਂ ਕਮੀਆਂ ਨੂੰ ਮਹਿਸੂਸ ਕੀਤਾ ਅਤੇ ਉਸ ਦਾ ਵਿਸ਼ੇਸ਼ ਸਾਪੇਖਣ ਸਿਧਾਂਤ ਮੈਕੈਨਿਕਸ ਦੇ ਨਿਯਮਾਂ ਨੂੰ ਇਲੈਕਟ੍ਰੋਮੈਗਨੈਟਿਕ ਫੀਲਡ ਦੇ ਨਿਯਮਾਂ ਨਾਲ ਮੇਲ ਕਰਨ ਦੀ ਕੋਸ਼ਿਸ਼ ਤੋਂ ਪੈਦਾ ਹੋਇਆ। ਉਸਨੇ ਅੰਕੜਾ ਮੈਕੈਨਿਕਸ ਦੀਆਂ ਕਲਾਸੀਕਲ ਸਮੱਸਿਆਵਾਂ ਅਤੇ ਉਹਨਾਂ ਸਮੱਸਿਆਵਾਂ ਨਾਲ ਨਜਿੱਠਿਆ ਜਿਸ ਵਿੱਚ ਉਹਨਾਂ ਨੂੰ ਕੁਆਂਟਮ ਥਿਊਰੀ ਵਿੱਚ ਮਿਲਾ ਦਿੱਤਾ ਗਿਆ ਸੀ। ਇਸ ਨਾਲ ਅਣੂਆਂ ਦੀ ਬਾਇਓਨਿਕ ਗਤੀ ਦੀ ਵਿਆਖਿਆ ਹੋਈ। ਉਸਨੇ ਘੱਟ ਰੇਡੀਏਸ਼ਨ ਘਣਤਾ ਨਾਲ ਪ੍ਰਕਾਸ਼ ਦੀਆਂ ਥਰਮਲ ਵਿਸ਼ੇਸ਼ਤਾਵਾਂ ਦੀ ਜਾਂਚ ਕੀਤੀ ਅਤੇ ਉਸਨੇ ਨਿਰੀਖਣਾਂ ਅਤੇ ਪ੍ਰਕਾਸ਼ ਦੇ ਫੋਟੌਨ ਸਿਧਾਂਤ ਦੀ ਨੀਂਹ ਰੱਖੀ। ਬਰਲਿਨ ਵਿੱਚ ਆਪਣੇ ਸ਼ੁਰੂਆਤੀ ਦਿਨਾਂ ਵਿੱਚ ਆਇਨਸਟਾਈਨ ਨੇ ਇਹ ਮੰਨਿਆ ਸੀ ਕਿ ਸਾਪੇਖਤਾ ਦੇ ਵਿਸ਼ੇਸ਼ ਸਿਧਾਂਤ ਦੀ ਸਹੀ ਵਿਆਖਿਆ ਲਈ ਗੁਰੂਤਵਾਦ ਦੇ ਸਿਧਾਂਤ ਨੂੰ ਵੀ ਪੇਸ਼ ਕਰਨਾ ਚਾਹੀਦਾ ਹੈ ਅਤੇ 1916 ਵਿੱਚ ਉਸਨੇ ਸਾਪੇਖਤਾ ਦੇ ਜਨਰਲ ਸਿਧਾਂਤ 'ਤੇ ਆਪਣਾ ਪੇਪਰ ਪ੍ਰਕਾਸ਼ਿਤ ਕੀਤਾ। ਇਸ ਸਮੇਂ ਦੌਰਾਨ ਉਸਨੇ ਰੇਡੀਏਸ਼ਨ ਦੇ ਸਿਧਾਂਤ ਅੰਕੜਾ ਮੈਕੈਨਿਕਸ ਦੀਆਂ ਸਮੱਸਿਆਵਾਂ ਵਿੱਚ ਵੀ ਯੋਗਦਾਨ ਪਾਇਆ। 1920 ਦੇ ਦਹਾਕੇ ਵਿੱਚ ਆਇਨਸਟਾਈਨ ਨੇ ਯੂਨੀਫਾਈਡ ਫੀਲਡ ਥਿਊਰੀਆਂ ਦੇ ਨਿਰਮਾਣ ਦੀ ਸ਼ੁਰੂਆਤ ਕੀਤੀ। ਹਾਲਾਂਕਿ ਉਸਨੇ ਕੁਆਂਟਮ ਥਿਊਰੀ ਦੀ ਸੰਭਾਵੀ ਵਿਆਖਿਆ ਦੇ ਕੰਮ ਕਰਨਾ ਜਾਰੀ ਰੱਖਿਆ। ਉਸਨੇ ਅਮਰੀਕਾ ਵਿੱਚ ਇਸ ਕੰਮ ਨੂੰ ਜਾਰੀ ਰੱਖਿਆ। ਉਸਨੇ ਇੱਕ ਮੋਨੋਟੋਨਿਕ ਗੈਸ ਦੀ ਕੁਆਂਟਮ ਥਿਊਰੀ ਦੇ ਵਿਕਾਸ ਦੁਆਰਾ ਅੰਕੜਾ ਮੈਕੈਨਿਕਸ ਵਿੱਚ ਯੋਗਦਾਨ ਪਾਇਆ ਅਤੇ ਉਸਨੇ ਪਰਮਾਣੂ ਪਰਿਵਰਤਨ ਸੰਭਾਵਨਾ ਅਤੇ ਸਾਪੇਖ ਬ੍ਰਹਿਮੰਡ ਵਿਗਿਆਨ ਦੇ ਸੰਬੰਧ ਵਿੱਚ ਕੀਮਤੀ ਕੰਮ ਵੀ ਪੂਰਾ ਕੀਤਾ। ਆਪਣੀ ਸੇਵਾ ਮੁਕਤੀ ਤੋਂ ਬਾਅਦ ਉਸਨੇ ਭੌਤਿਕ ਵਿਗਿਆਨ ਦੇ ਮੂਲ ਸੰਕਲਪਾਂ ਦੇ ਏਕੀਕਰਨ ਵੱਲੋਂ ਕੰਮ ਕਰਨਾ ਜਾਰੀ ਰੱਖਿਆ। ਉਲਟ ਪਹੁੰਚ ਜਿਓਮੈਟ੍ਰੀਸ਼ਨ ਬਹੁਗਿਣਤੀ ਭੌਤਿਕ ਵਿਗਿਆਨੀਆਂ ਦੇ ਨਾਲ ਆਇਨਸਟਾਈਨ ਦੀਆਂ ਖੋਜਾਂ ਬੇਸ਼ੱਕ ਚੰਗੀ ਇਤਿਹਾਸਕ ਹਨ ਅਤੇ ਉਸ ਦੀਆਂ ਹੋਰ ਮਹੱਤਵਪੂਰਨ ਰਚਨਾਵਾਂ ਵਿੱਚ ਸਪੈਸ਼ਲ ਥਿਊਰੀ ਆਫ ਰਿਲੈਟਿਵਿਟੀ, ਜਨਰਲ ਥਿਊਰੀ ਆਫ ਰਿਲੈਟਿਵਿਟੀ, ਬਾਇਓਮੈਨ
ਮੂਵੀਏਟ ਦੀ ਥਿਊਰੀ ਉੱਤੇ ਜਾਂਚ ਸ਼ਾਮਿਲ ਹੈ ਅਤੇ ਭੌਤਿਕ ਵਿਗਿਆਨ ਦਾ ਵਿਕਾਸ ਉਸ ਦੀਆਂ ਹੋਰ ਗੈਰ ਵਿਗਿਆਨਕ ਰਚਨਾਵਾਂ ਵਿੱਚ ਜਾਇਨੋਨੀਅਮ ਬਾਰੇ ਯੁੱਧ ਕਿਉਂ ਮਹੱਤਵਪੂਰਨ ਹਨ। ਅਲਬਰਟ ਆਈਨਸਟਾਈਨ ਨੇ ਕਈ ਯੂਰਪੀਅਨ ਅਤੇ ਅਮਰੀਕੀ ਯੂਨੀਵਰਸਿਟੀਆਂ ਤੋਂ ਵਿਗਿਆਨ, ਦਵਾਈਆਂ ਅਤੇ ਦਰਸ਼ਨ ਵਿੱਚ ਅਨੇਰੀ ਡਾਕਟਰੇਟ ਡਿਗਰੀਆਂ ਪ੍ਰਾਪਤ ਕੀਤੀਆਂ। 1920 ਦੇ ਦਹਾਕੇ ਦੌਰਾਨ ਉਸ ਨੇ ਯੂਰਪ, ਅਮਰੀਕਾ ਅਤੇ ਦੂਰ ਪੂਰਬ ਵਿੱਚ ਭਾਸ਼ਣ ਦਿੱਤੇ ਅਤੇ ਉਸ ਨੂੰ ਵਿਸ਼ਵ ਭਰ ਦੀਆਂ ਸਾਰੀਆਂ ਪ੍ਰਮੁੱਖ ਵਿਗਿਆਨਕ ਅਕੈਡਮੀਆਂ ਦੀਆਂ ਪ੍ਰੋਫੈਸਰਸ਼ਿਪਾਂ ਜਾਂ ਮੈਂਬਰਸ਼ਿਪਾਂ ਨਾਲ ਸਨਮਾਨਿਤ ਕੀਤਾ ਗਿਆ। ਉਸ ਨੇ 1925 ਵਿੱਚ ਲੰਡਨ ਦੀ ਰਾਇਲ ਸੁਸਾਇਟੀ ਦੇ ਕੋਪਲੇ ਮੈਡਲ ਅਤੇ 1935 ਵਿੱਚ ਫਰੈਂਕਲਿਨ ਇੰਸਟੀਚਿਊਟ ਦਾ ਫਰੈਂਕਲਿਨ ਮੈਡਲ ਸਮੇਤ ਆਪਣੇ ਕੰਮਾਂ ਦੀ ਮਾਨਤਾ ਲਈ ਕਈ ਪੁਰਸਕਾਰ ਪ੍ਰਾਪਤ ਕੀਤੇ। ਆਈਨਸਟਾਈਨ ਦੇ ਤੋਹਫ਼ੇ ਲਾਜ਼ਮੀ ਤੌਰ 'ਤੇ ਬੌਧਿਕ ਇਕਾਗਰਤਾ ਵਿੱਚ ਰਹਿਣ ਦੇ ਨਤੀਜੇ ਵਜੋਂ ਅਤੇ ਆਰਾਮ ਨਾਲ ਸੰਗੀਤ ਨੇ ਉਸ ਨੇ ਜੀਵਨ ਵਿੱਚ ਇੱਕ ਮਹੱਤਵਪੂਰਨ ਭੂਮਿਕਾ ਨਿਭਾਈ। ਉਸ ਨੇ 1903 ਵਿੱਚ ਮੇਲਵਾ ਮੈਰਿਕ ਨਾਲ ਵਿਆਹ ਕੀਤਾ ਅਤੇ ਉਹਨਾਂ ਦੀ ਇੱਕ ਧੀ ਅਤੇ 2 ਪੁੱਤਰ ਸਨ। ਉਹਨਾਂ ਦਾ ਵਿਆਹ 1919 ਵਿੱਚ ਭੰਗ ਹੋ ਗਿਆ ਸੀ ਅਤੇ ਉਸੇ ਸਾਲ ਉਸ ਨੇ ਆਪਣੀ ਚਚੇਰੀ ਭੈਣ ਐਲੈਸਾ ਲੋਵੇਂਥਲ ਨਾਲ ਵਿਆਹ ਕਰਵਾ ਲਿਆ, ਜਿਸ ਦੀ ਮੌਤ 1936 ਵਿੱਚ ਹੋ ਗਈ। ਉਸ ਦੀ ਮੌਤ 18 ਅਪ੍ਰੈਲ 1955 ਨੂੰ ਪ੍ਰਿੰਸਟਨ, ਨਿਊ ਜਰਸੀ ਵਿਖੇ ਹੋਈ। ਮੈਂ ਇਸ ਵੀਡੀਓ ਦਾ ਜਲਦੀ ਹੀ ਇੰਗਲਿਸ਼ ਵਰਜ਼ਨ ਵਿੱਚ YouTube 'ਤੇ ਅਪਲੋਡ ਕਰਾਂਗੀ।